ਇੱਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਭੈ ਪੂਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹੈ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਗੁਣ ਗਾਵੋ ਰੰਗ ਰਾਤਾ, ਰਹਾਉ ਸਤਿਗੁਰ ਨਾਮ ਨਿਦਾਨ ਦ੍ਰਿੜਾਇਆ। ਚਿੰਤਾ ਸਗਲ ਵਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ। ਮਨ ਵਸਿਆ ਅਵਿਨਾਸੀ, ਤਾਕੋ ਬਿਗਨ ਨਾ ਕੋ ਲਾਗੈ। ਜੋ ਸਤਿਗੁਰ ਆਪਣੈ ਰਾਖੇ, ਚਰਨ ਕਮਲ ਬਸੇ ਹਿਰਦਿ ਅੰਤਰ। ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ। ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾ ਕਹਿ ਬਲਿਹਾਰੈ। ਜਿਨ ਪੂਰਨ ਪੈਜ ਰਖਾਈ, ਕਰ ਸੇਵਾ ਸੇਵਕ ਪ੍ਰਭ ਆਪਣੇ। ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾ ਕਹਿ ਬਲਿਹਾਰੈ। ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ, ਜਿਹ ਲਗ ਭਉ ਜਲ ਤਰਨਾ।
ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਪਾਵਨ ਆਤਮਿਕ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੱਜ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਦੂਰ ਨੇੜ ਤੋਂ ਚੱਲ ਆ ਕੇ ਕੀਮਤੀ ਰੁਝੇਵੇਂ ਸੰਕੋਚ ਕੇ ਸਮੇਂ ਦੀ ਸਫਲਤਾ ਦੀ ਲਾਲਸਾ ਲੈ ਕੇ ਸਾਹਿਬ ਜੀ ਦੇ ਮੁਬਾਰਕ ਚਰਨ ਪਰਸ ਰਹੇ ਸਮੂਹ ਸਤਸੰਗੀ ਜਨੋ, ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਸਤਿਗੁਰਾਂ ਜੀ ਦੀ ਬਖਸ਼ੀ ਫਤਿਹ ਦਾਸ ਵੱਲੋਂ ਸਿਨਮਰ ਅਰਜ ਹੈ। ਗੱਜ ਵੱਜ ਕੇ ਉਚਾਰੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰਦੇ ਆਸਰਾ ਲੈਂਦੇ ਇੱਕ ਵਾਰੀ ਮਿਲ ਕੇ ਉਚਾਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਸਜੇ ਸਮਾਗਮ ਵਿੱਚ ਜਿੱਥੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼੍ਰੀਮਾਨ ਜਥੇਦਾਰ ਸਾਹਿਬ ਜੀ ਦੇ ਜਥੇ ਪਾਸੋਂ ਆਪਾਂ ਮਿਲ ਕੇ ਸਰਵਣ ਕੀਤਾ ਹੈ, ਗਾਵਿਆ ਸੁਣਿਆ ਹੈ। ਸਤਿਗੁਰਾਂ ਦੀ ਇਸ ਬਖਸ਼ਿਸ਼ ਦਾ ਕੋਟ ਕੋਟ ਸ਼ੁਕਰ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸਰਵੋਤਮ ਸਾਧਨ ਜੀਵ ਤੇ ਬ੍ਰਹਮ ਦੀ ਅਭੇਦਤਾ ਦਾ ਮੰਨਿਆ ਹੈ। ਗੁਰੂ ਕਿਰਪਾ ਕਰੇ, ਜੋ ਹੁਕਮ ਭਾਈ ਸਾਹਿਬ ਜੀ ਨੇ ਸਤਿਗੁਰਾਂ ਜੀ ਦਾ ਲਿਆ ਹੈ, ਆਪਾਂ ਸਭ ਨੇ ਸਰਵਣ ਕੀਤਾ ਹੈ। ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਸੰਦੇਸ਼ ਉਪਦੇਸ਼ ਸਿੱਖਿਆ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸੋਰਠ ਰਾਗ ਵਿੱਚ ਹੈ। ਆਪਾਂ ਤੇ ਸੰਗਤੀ ਰੂਪ ਹੋ ਕੇ ਅੰਮ੍ਰਿਤਮਈ ਬਾਣੀ ਨੂੰ ਵਿਚਾਰਨਾ ਹੈ, ਇਹਨੂੰ ਸਮਝਣਾ ਹੈ, ਆਪਣੀ ਸੁਰਤ ਨੂੰ ਸ਼ਬਦ ਵਿੱਚ ਸਮਾਈ ਦੇਣੀ ਹੈ। ਗੁਰਬਾਣੀ ਨੂੰ ਸਮਝ ਕੇ ਸਿੱਖਿਆ ਸੰਦੇਸ਼ ਸਤਿਗੁਰੂ ਜੀ ਦਾ, ਦੀਨ ਦਿਆਲ ਸਤਿਗੁਰੂ, ਸ਼ਾਂਤੀ ਦੇ ਪੁੰਜ ਗਿਆਨ ਦੇ ਸੋਮੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਇਹ ਬਖਸ਼ਿਸ਼ ਹੈ। ਸਤਿਗੁਰੂ ਸ਼ਬਦ ਵਿੱਚ ਬਹੁਤ ਬਰੀਕ ਤੇ ਬੜੀ ਪਿਆਰੀ ਇੱਕ ਬੜੀ ਗੁੱਝੀ ਜੀ ਭਾਵਨਾ ਜਿਹੜੀ ਜੀਵ ਦੀ ਹੈ, ਉਹ ਸ਼ਬਦ ਵਿੱਚ ਮਹਾਰਾਜ ਅੰਕਿਤ ਕਰਦੇ ਨੇ, ਦਰਸਾਉਂਦੇ ਹਨ। ਕੁਝ ਸਮਝਣਾ ਪਏਗਾ ਸਾਧ ਸੰਗਤ ਜੀ। ਸਤਿਗੁਰਾਂ ਨੇ ਜੋ ਅੱਜ ਅਸੀਸ ਦਿੱਤੀ ਹੈ, ਕੋਈ ਕਰਮਾਂ ਵਾਲੀ ਰੂਹ ਹੋਵੇਗੀ, ਇਸ ਅਵਸਥਾ ਦੀ ਮਾਲਕ ਬਣ ਜਾਂਦੀ ਹੋਵੇਗੀ। ਸਟੇਜਿਸ ਤੇ ਹੈ ਨੇ, ਅਵਸਥਾ ਤੇ ਹੈ ਨੇ। ਛੋਟਾ ਜਿਹਾ ਬੱਚਾ ਹੈ, ਉਹਨੂੰ ਸਕੂਲੇ ਪਾਈਦਾ, ਉਹਦੀ ਨਰਸਰੀ ਦੀ ਜ਼ਿੰਦਗੀ ਕੁਝ ਹੋਰ ਹੈ, ਉਹਦੀ ਅਵਸਥਾ ਕੁਝ ਹੋਰ ਹੈ। ਪ੍ਰਾਇਮਰੀ ਵਿੱਚ ਜਾਂਦਾ ਹੈ, ਮਿਡਲ ਵਿੱਚ ਜਾਂਦਾ ਹੈ, ਹਾਈ ਵਿੱਚ ਜਾਂਦਾ ਹੈ, ਕਾਲਜ ਵਿੱਚ ਜਾਂਦਾ ਹੈ, ਯੂਨੀਵਰਸਿਟੀ 'ਚ ਜਾਂਦਾ ਹੈ। ਸਟੈਪ ਬਾਈ ਸਟੈਪ ਉਹਦੀ ਜ਼ਿੰਦਗੀ ਦਾ ਆਪਣਾ ਇੱਕ ਤਜਰਬਾ ਬਦਲਦਾ ਜਾਂਦਾ ਹੈ। ਇੱਕ ਉਹਨੂੰ ਹਰ ਪਲ ਇੱਕ ਨਵਾਂ ਪਲੇਟਫਾਰਮ ਮਿਲਦਾ ਖਲੋਣ ਵਾਸਤੇ। ਬਿਲਕੁਲ ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਐਸੇ ਪੜਾਅ ਨੇ, ਉਹਨਾਂ ਪੜਾਵਾਂ ਤੇ ਮਨੁੱਖ ਕਿਵੇਂ ਉਤਾਂ ਨੂੰ ਵੱਧਦਾ ਹੈ ਜਾਂ ਅਧੋਗਤੀ ਨੂੰ ਜਾਂਦਾ ਹੈ, ਇਹ ਦੋਵੇਂ ਪਹਿਲੂ ਆਪਾਂ ਨੂੰ ਵਿਚਾਰਨੇ ਪੈਣਗੇ।
दो श्रेणियां सतगुਰਾਂ ने गिणियां ने मनुख जाति विच, एक नूं मनमुख दी श्रेणी विच रखिया है, एक नूं गुरुमुख दी श्रेणी विच रखिया है। जो गुरु दे अधीन रहिंदे ने अपनी मत बुद्ध गुरु नूं सौंपदे ने, गुरु दे दर्शाए मार्ग नूं जीवन विच अख्तियार करदे ने, अपनाउंदे ने, ਉਹ ਗੁਰਮੁਖ ਹੋ ਗੁਰਸਿੱਖ ਹੋ ਨਿਬੜਦੇ ਨੇ। ਜਿਹੜੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ, ਸੰਸਾਰ ਦੇ ਪਿੱਛੇ ਲੱਗਦੇ ਨੇ, ਸੰਸਾਰ ਤੇ ਮਨ ਵਿੱਚ ਕੋਈ ਵਧੇਰੇ ਫਰਕ ਨਹੀਂ। ਸੰਸਾਰ ਮਨ ਸੰਸਾਰ ਦਾ ਸੂਖਸ਼ਮ ਰੂਪ ਹੈ। ਮਨ ਬਾਹਰੋਂ ਤਿਆਰ ਹੁੰਦਾ, ਅੰਦਰੋਂ ਨਹੀਂ ਤਿਆਰ ਹੁੰਦਾ। ਅੰਦਰ ਤੇ ਆਤਮ ਹੈ, ਆਤਮ ਰੂਪ ਹੈ, ਜੋਤ ਸਰੂਪ ਹੈ। ਅੰਦਰ ਤੇ ਆਨੰਦ ਸਰੂਪ ਹੈ, ਗਿਆਨ ਸਰੂਪ ਹੈ। ਮਨ ਵਿਸ਼ਾ ਹੈ ਬਾਹਰ ਦਾ। ਇਹ ਤਿਆਰ ਹੁੰਦਾ ਹੈ ਗਿਆਨ ਇੰਦਰੀਆਂ ਕਰਕੇ। ਗਿਆਨ ਇੰਦਰੀ ਬਾਹਰੋਂ ਕੁਝ ਗਿਆਨ ਅਰਜਿਤ ਕਰਦੇ ਨੇ ਤੇ ਕਰਦੇ ਉਹਨੇ ਜੋ ਇਹਨਾਂ ਨੂੰ ਦਿਸਦਾ ਸੁਣਦਾ ਹੈ, ਜੋ ਵੀ ਗਿਆਨ ਇੰਦਰੀ ਬਾਹਰ ਤੱਕਦੇ ਨੇ, ਅੱਖਾਂ ਤੱਕਦੀਆਂ ਨੇ, ਕੰਨ ਸੁਣਦੇ ਨੇ, ਜ਼ੁਬਾਨ ਚੱਖਦੀ ਹੈ, ਤਵਚਾ ਆਪਣੇ ਹਿਸਾਬ ਦੇ ਨਾਲ ਮਹਿਸੂਸ ਕਰਦੀ ਹੈ, ਗੰਧ ਆਪਣਾ ਢੰਗ ਵਰਤਦੀ ਹੈ। ਇਹ ਜਿਤਨੀ ਕੋ ਬਾਹਰ ਦੀ ਜਾਣਕਾਰੀ ਅੰਦਰ ਜਿੱਥੇ ਜਾ ਕੇ ਜਮ੍ਹਾਂ ਕਰਦੀ ਹੈ, ਉਹੀ ਤੇ ਅੰਦਰ ਮਨ ਹੈ। ਉਹਦੇ ਆਲੇ ਦੁਆਲੇ ਬੰਦਾ ਸਾਰੀ ਜ਼ਿੰਦਗੀ ਕੱਢਦਾ ਹੈ। ਠੀਕ ਹੈ, ਮੁਬਾਰਕ ਹੈ ਅਗਰ ਕੋਈ ਮਨ ਦੇ ਆਖੇ ਲੱਗਦਾ ਹੈ, ਸੰਸਾਰ ਦੇ ਆਖੇ ਲੱਗਦਾ ਹੈ, ਜੀ ਸਦਕੇ ਲੱਗੇ। ਪਰ ਇੱਕ ਸਵਾਲ ਹੈ ਕਿ ਸਾਰੀ ਉਮਰ ਮਨ ਦੇ ਪਿੱਛੇ ਲੱਗ ਕੇ, ਸੰਸਾਰ ਦੇ ਪਿੱਛੇ ਲੱਗ ਕੇ, ਉਹਨੂੰ ਆਖਰੀ ਸਮੇਂ ਸਿੱਟਾ ਕੀ ਨਿਕਲਿਆ? ਉਹਨੂੰ ਪ੍ਰਾਪਤੀ ਕੀ ਹੋਈ? ਉਹਦੀ ਪੈਜ ਰੱਖੀ ਕਿਸੇ ਨੇ? ਇਸ ਸੰਸਾਰ ਨੇ, ਇਸ ਮਨ ਨੇ ਸਾਰੀ ਉਮਰ ਵਰਤਨ ਵਾਲੇ ਨੂੰ ਬਚਾਇਆ ਅਖੀਰ ਤੇ? ਮਨ ਤੇ ਸੰਸਾਰ ਨੇ ਇਸ ਜੀਵ ਨੂੰ, ਇਸ ਮਨੁੱਖ ਨੂੰ, ਸਰੀਰ ਨੂੰ ਬਚਾਇਆ। ਇਹਨੂੰ ਪੀੜਾ ਤੋਂ ਬਚਾਇਆ, ਇਹਨੂੰ ਦੁੱਖਾਂ ਤੋਂ ਬਚਾਇਆ, ਇਹਨੂੰ ਮੌਤ ਦੀ ਚਪੇਟ ਤੋਂ ਬਚਾਇਆ। ਇਹ ਸਵਾਲ ਕਰਨੇ ਬਣਦੇ ਨੇ। ਇੱਕ ਪਹਿਲੂ। ਦੂਜਾ, ਜਿਹੜੇ ਗੁਰਮੁਖ ਸ਼੍ਰੇਣੀ ਦੇ ਲੋਕ ਨੇ, ਜਿਹੜੇ ਗੁਰੂ ਦੇ ਸਮਰਪਿਤ ਨੇ, ਉਹਨਾਂ ਨੂੰ ਦੁੱਖ ਤੋਂ ਕਿਵੇਂ ਨਿਜਾਤ ਮਿਲੀ, ਮੌਤ ਤੋਂ ਕਿਵੇਂ ਉਹ ਮੁਕਤ ਹੋਏ, ਉਹਨਾਂ ਨੂੰ ਸੰਸਾਰ ਦੀ ਕਿਸੇ ਪੀੜਾ ਨੇ ਦੁੱਖ ਨਹੀਂ ਦੇ ਪਾਈ। ਇਹ ਦੋਵੇਂ ਪਹਿਲੂ, ਦੋਵੇਂ ਵਿਚਾਰਧਾਰਾ ਜਿਹੜੀਆਂ ਨੇ ਵਿਚਾਰਨੀਆਂ ਬਣਦੀਆਂ ਨੇ। ਸਤਿਗੁਰੂ ਇੱਥੇ ਸਿੱਖਿਆ ਦਿੰਦੇ ਨੇ, ਮਨਾ ਇੱਕ ਗੱਲ ਯਾਦ ਰੱਖੀ, ਇਸ ਸਮੁੱਚੀ ਕਾਇਨਾਤ ਦਾ ਦਾਤਾ ਇੱਕ ਹੈ ਤੇ ਉਹ ਸਾਹਿਬ ਹੈ, ਅਤ ਪਿਆਰਾ ਹੈ। ਉਹ ਤ੍ਰੈ ਕਾਲ ਸਤ ਹੈ, ਉਹ ਹਾਜ਼ਰ ਨਾਜ਼ਰ ਹੈ, ਉਹ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਉਸ ਵਰਗਾ ਕੋਈ ਹੋਰ ਦਾਤਾ ਨਹੀਂ। ਜੇ ਤੂੰ ਉਸ ਦਾਤੇ ਦੀ ਸ਼ਰਨ ਵਿੱਚ ਰਹੇਗਾ, ਜਿਹਨੂੰ ਪ੍ਰਭੂ ਕਰਕੇ ਬਿਆਨਿਆ ਹੈ, ਪਾਰ ਬ੍ਰਹਮ ਕਰਕੇ ਬਿਆਨਿਆ ਹੈ, ਉਹਦੇ ਅਨੇਕਾਂ ਅਨੰਤ ਨਾਮ ਸੁਮਤੀ ਵਾਲਿਆਂ ਨੇ ਵਰਣਨ ਕੀਤੇ ਨੇ, ਜਿਹਦਾ ਆਦਿ ਤੋਂ ਨਾਮ ਸਤਨਾਮ ਹੈ। ਸਤਨਾਮ ਤੇਰਾ ਪਰਾ ਪੁਰਬਲਾ, ਜਿਹਦਾ ਓਮਕਾਰ ਕਥਨੀ ਅਨਾਦ। ਐਸਾ ਮਾਲਕ, ਅਨੰਤਤਾ ਵਾਲਾ ਮਾਲਕ, ਇਸ ਸਮੁੱਚੀ ਕਾਇਨਾਤ ਦਾ ਸੁਆਮੀ, ਜਿਨੇ ਸੰਸਾਰ ਸਿਰਜਿਆ ਹੈ। ਸੰਸਾਰ ਦੀ ਗੱਲ ਛੱਡ, ਤੈਨੂੰ ਸਿਰਜਿਆ ਹੈ। ਇਹ ਸਰੀਰ ਇੱਕ ਪਾਣੀ ਦੀ ਬੂੰਦ ਤੋਂ ਕਿੱਡਾ ਸੋਹਣਾ ਤੈਨੂੰ ਕਵਨ ਮੂਲ ਤੇ ਮਾਨੁਖ ਕਰਿਆ। ਇਹ ਪ੍ਰਤਾਪ ਤੁਹਾਰਾ। 72,000 ਨਾੜੀ ਸਰੀਰ ਦੇ ਵਿੱਚ ਵਿਦਵਾਨਾਂ ਰਿਸ਼ੀਆਂ ਦੀ ਖੋਜ ਹੈ, ਡਾਕਟਰਾਂ ਦੀ ਖੋਜ ਨਹੀਂ। ਡਾਕਟਰਾਂ ਦੀਆਂ ਕੁਝ ਵਿਸ਼ੇਸ਼ ਨਾੜਾਂ ਨੇ ਜਿਹੜੀਆਂ ਵੱਢਦੇ ਟੁੱਕਦੇ ਨੇ। ਹਾਂ, ਵੱਢਦੇ ਤੇ ਸਾਰੀਆਂ ਨੇ, ਪਰ ਗੰਢਦੇ 10 ਨੇ। 10 ਮੁੱਖ ਨਾੜੀਆਂ ਮੰਨੀਆਂ ਨੇ ਸਰੀਰ 'ਚ, ਜਿਹੜੀਆਂ ਡਾਕਟਰਾਂ ਦੀ ਪਕੜ 'ਚ ਨੇ, ਜਿਹੜੀਆਂ ਵਿਗਿਆਨ ਦੀ ਪਕੜ 'ਚ ਨੇ। ਪਰ ਜਿਹੜੀਆਂ ਗਿਆਨ ਦੀ ਪਕੜ 'ਚ ਆਈਆਂ, ਉਹਨਾਂ ਨੇ 72 ਘਰ ਇੱਕ ਪੁਰਖ ਸਮਾਇਆ ਕਿਹਾ। ਇੰਨੀ ਬਰੀਕ ਆ ਰੋਮ ਨੇ ਨਾ ਸਰੀਰ ਦੇ, ਇਹਨਾਂ ਵਰਗੀਆਂ ਬਰੀਕ ਬਰੀਕ ਨਾੜਾਂ। ਇੰਨਾ ਸੋਹਣਾ ਸਰੀਰ ਤੇਰਾ ਰਚਿਆ ਹੈ। ਤੇ ਵੇਖੋ ਰੱਬ ਦੀ ਕੁਦਰਤ, ਵੇਖੋ ਦੀ ਕਾਦਰ ਦੀ, ਵੀ 70 ਮਿੱਤਰ ਮਿਲ ਦੇਹ ਬਣਾਈ। 5 ਤੱਤ 25 ਗੁਣ, 70 ਮਿੱਤਰ ਮਿਲ ਦੇਹ ਬਣਾਈ। ਭਾਈ ਗੁਰਦਾਸ ਸਾਹਿਬ ਦੀ ਮਾਲਕ ਦੀ ਐਡੀ ਕੁਦਰਤ, ਉਹਦੀ ਐਡੀ ਸ਼ਕਤੀ, ਇਹਦੀ ਪ੍ਰਕਿਰਤੀ ਪਰਮਾਤਮਾ ਦੀ, ਜਿਨੇ ਵਿਰੋਧੀ ਭਾਵ ਦੇ ਤੱਤਾਂ ਨੂੰ ਜੋੜ ਕੇ ਸਰੀਰ ਬਣਾ ਦਿੱਤਾ ਹੈ ਤੇ ਅਲੌਕਿਕ ਚੀਜ਼ ਬਣਾ ਦਿੱਤੀ ਹੈ।
ਇਹਦੇ ਵਿੱਚ ਚੇਤਨ ਸੱਤਾ ਪਾ ਦਿੱਤੀ ਹੈ, ਇਹਦੇ ਵਿੱਚ ਬੁੱਧ ਪਾ ਦਿੱਤੀ ਹੈ, ਇਹਦੇ ਵਿੱਚ ਇਹਨੂੰ ਸਮਝਣ, ਇਹਦੇ ਅੰਦਰ ਤਕੜੀ ਰੱਖ ਦਿੱਤੀ ਹੈ, ਇਹਨੂੰ ਸਾਰੀ ਪਰਖ ਹੈ, ਇਹਨੂੰ ਚੰਗੇ ਮਾੜੇ ਦਾ ਗਿਆਨ ਦੇ ਦਿੱਤਾ ਹੈ, ਇਹਨੂੰ ਅਹਿਸਾਸ ਆਭਾਸ ਹੁੰਦਾ ਹੈ ਆਪਣੇ ਗਿਆਨ ਕਰਕੇ। ਸਤਿਗੁਰੂ ਨੇ ਇੰਨੀ ਅਲੌਕਿਕ ਤਾਕਤ ਦਿੱਤੀ ਹੈ। ਮਹਾਰਾਜ ਕਹਿੰਦੇ ਜੇ ਤੂੰ ਉਸ ਦਾਤੇ ਦੀ, ਪ੍ਰਭੂ ਦੀ ਸ਼ਰਨ ਵਿੱਚ ਰਹੇਗਾ, ਉਹਦਾ ਆਸਰਾ ਤੱਕੇਗਾ, ਤੇ ਤੈਨੂੰ ਕੋਈ ਦੁਨੀਆ ਦੀ ਪੀੜਾ, ਕੋਈ ਦੁੱਖ ਤੈਨੂੰ ਪੋ ਨਹੀਂ ਸਕੇਗਾ, ਤੈਨੂੰ ਸਤਾਏਗਾ ਨਹੀਂ। ਤੈਨੂੰ ਮੌਤ ਦਾ ਆਖਰੀ ਜਿਹੜਾ ਸਮਾਂ ਹੈ, ਜਦੋਂ ਖੁੱਲੇ ਗੰਠ ਪੜੇ ਵਿਚਾਰ, ਗੁਰ ਸ਼ਬਦੀ ਘਰ ਕਾਰਜ ਸਾਰ, ਜਦੋਂ ਉਹ ਭਿਆਨਕ ਸਮਾਂ, ਜਦੋਂ ਹੱਥ ਮਰੋੜੇ ਤਨ ਕਪੇ, ਸਿਆਹ ਹੋਵਾ ਸੇਤ, ਜਿੰਦ ਨਮਾਣੀ ਕੱਢੀਏ ਹੱਡਾਂ ਕੋ ਕੜਕਾਏ, ਉਹ ਭਿਆਨਕ ਅਵਸਥਾ ਜਿਹਨੂੰ ਭਗਵਾਨ ਜੀ ਨੇ ਕਿਹਾ ਵੀ 1000 ਬਿੱਛੂ ਇੱਕ ਸਮੇਂ 'ਚ ਇੱਕ ਥਾਂ ਤੇ ਵੱਡੇ ਮਨੁੱਖ ਨੂੰ, ਤੇ ਉਹਦੀ ਕਿੰਨੀ ਪੀੜਾ ਹੈ। ਕਹਿੰਦੇ ਨੇ ਉਹਨੂੰ ਅਨੁਮਾਨਿਤ ਕੀਤਾ ਵੀ ਉਸ ਪੀੜਾ ਨੂੰ ਗਿਣਿਆ, ਇੰਨੀ ਪੀੜਾ ਹੈ ਉਸ ਸਮੇਂ ਦੀ। ਅਗਰ ਤੂੰ ਪ੍ਰਭੂ ਦੀ ਸ਼ਰਨ ਵਿੱਚ ਆਏਗਾ ਤੇ ਉਸ ਪੀੜਾ ਤੋਂ ਮੁਕਤ ਹੋ ਜਾਏਗਾ, ਉਸ ਪੀੜਾ ਤੋਂ ਤੈਨੂੰ ਨਿਜਾਤ ਮਿਲ ਜੇਗੀ, ਉਹ ਪੀੜਾ ਤੈਨੂੰ ਦੁੱਖ ਨਹੀਂ ਦੇਗੀ। ਜਦੋਂ ਮਨੁੱਖ ਸੋਚਦਾ ਹੈ ਵੀ ਮੈਂ ਦੁਖੀ ਹਾਂ, ਪਰ ਫਿਰ ਵੀ ਦੁੱਖ ਦੇ ਵਿੱਚ ਹੀ ਭੱਜਦਾ ਹੈ, ਤੌਬਾ ਕਿਉਂ ਨਹੀਂ ਕਰਦਾ? ਅਗਰ ਮਨੁੱਖ ਤੌਬਾ ਕਰੇ, ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਵਾਲਾ ਬਣੇ, ਖੰਡੇ ਦੀ ਪਹੁਲ ਲਏ, ਗੁਰੂ ਦੀ ਸਿੱਖ ਮੱਤ ਲਏ, ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਇਹ ਗੁਰਬਾਣੀ ਜਿਹੜੀ ਹੈ, ਇਹ ਗੁਰੂ ਦਾ ਸਿਧਾਂਤ ਪੂਰਾ ਠਾਠ ਬਣਾਇਆ ਪੂਰਾ। ਵੇਖੋ ਇੱਕ ਸਮਾਨਾ इस प्रपंच में साचे नाम की वड्याई, मत को धरो गुमाना। सतगुर की जिसनू मत आवे, सो सतगुर माहे समाना। ये बाणी जो जियो जाना है, तिस अंतर रवे हर नामा। इस बाणी नू जेड़ा हिरदे च कमाएगा, उहदे अंदर नाम फुट पेगा। नाम फुटदा है जिवें चश्मे चों पानी फुटदा है ना, एवें मनुख दे अंदरों जिवें गुरु अमरदास महाराज दे हिरदे चों फुटिया, जिवें गुरु रामदास महाराज दे हिरदे चों नाम फुटिया, इस तरह फुटदा जेड़ा बाणी दी कमाई करदा है। बाणी गुरु दी विचारधारा है, गुरु दी सिख मत है, गुरु दी सोच है, गुरु दा दिता राह है। एक उत्तम पंथ सुनियो गुर संगत, ते मिलंत जम तरास मिटाई। सतगुर कहंदे भाई अपने रचैता नू समझ, अपने सिरजनहारे नू समझ, ਉਹਦੇ ਨਾਲ ਜੁੜਨਾ ਕਰ, ਉਹਦੀ ਸ਼ਰਨ ਤੱਕ। ਤੇ ਪ੍ਰਭੂ ਦੀ ਸ਼ਰਨ ਜਿੰਨੇ ਜਿੰਨੇ ਵਿੱਚ ਲਈ, ਪ੍ਰਭ ਕੀ ਮੰਨ ਰੇ, ਪ੍ਰਭ ਕੀ ਸ਼ਰਨ ਵਿਚਾਰੋ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਤਾਰੋ। ਗਨਕਾ ਦਾ ਪ੍ਰਮਾਣ ਦਿੱਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸਾਨੂੰ ਪ੍ਰਭੂ ਦੀ ਸ਼ਰਨ ਦੀ ਬਖਸ਼ਿਸ਼ ਦੱਸਦੇ ਨੇ। ਇੱਕ ਵਾਰੀ ਪ੍ਰਭੂ ਦੀ ਸ਼ਰਨ ਲਵੋ, ਤੇ ਤੁਹਾਨੂੰ ਮਾਰਗ ਨੇ ਸਮਝਾਣਾ ਸਾਨੂੰ ਕੀਤਾ ਉਦਾਹਰਨਾਂ ਦੇ ਦੇ ਕੇ। ਜਿਸ ਗਨਕਾ ਨੂੰ ਸੰਸਾਰ ਨੇ ਤਿਆਗ ਦਿੱਤਾ, ਸੰਸਾਰ ਨੇ ਉਹਨੂੰ ਛੱਡ ਦਿੱਤਾ, ਤੇ ਉਹ ਗਨਕਾ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਗਈ, ਉਹੀ ਗਨਕਾ ਦਾ ਉਧਾਰ ਹੋ ਗਿਆ, ਕਲਿਆਣ ਹੋ ਗਿਆ। ਮਹਾਰਾਜ ਕਹਿੰਦੇ ਉਸ ਮਾਲਕ ਦਾ ਜਸ ਆਪਣੇ ਹਿਰਦੇ 'ਚ ਧਾਰਨਾ ਕਰ, ਜਿਨੇ ਗਨਕਾ ਦਾ ਉਧਾਰ ਕਰ ਦਿੱਤਾ ਹੈ, ਜਿਨੇ ਧਰੂ ਨੂੰ ਧੰਨ ਗੁਰੂ, ਮੈਂ ਸੰਖੇਪ ਬਚਾਵਾਂ, ਜਿਨੇ ਧਰੂ ਨੂੰ ਅਟਲ ਸਥਾਨ ਦੇ ਦਿੱਤਾ, ਅਰ ਨਿਰਭੈ ਪਦ ਪਾਇਆ। ਧਰੂ ਦੇ ਪ੍ਰਥਾਏ ਮਹਾਰਾਜ ਬਿਆਨ ਕਰਦੇ ਨੇ, ਬੜੀ ਮਹਿਮਾ ਮਹਾਰਾਜ ਨੇ ਬਿਆਨ ਕੀਤੀ। ਬੰਦੇ ਦੀ ਗੱਲ ਛੱਡੋ, ਸਤਿਗੁਰ ਕਹਿੰਦੇ ਨੇ ਜਾਨਵਰ ਅਗਰ, ਪਸ਼ੂ ਪਕਸ਼ੀਆਂ ਨੇ, ਜਾਨਵਰਾਂ ਨੇ ਅਗਰ ਉਹਦੀ ਆਰਾਧਨਾ ਕੀਤੀ, ਉਹਦੀ ਸ਼ਰਨ ਵਿੱਚ ਆਏ, ਤੇ ਪ੍ਰਮਾਤਮਾ ਤੇ ਉਹਨਾਂ ਦੀ ਵੀ ਪੱਤ ਰੱਖੀ। ਜਬ ਹੀ ਸ਼ਰਨ ਗਹੀ ਕਿਰਪਾ ਨਦ, ਜਬ ਹੀ ਸ਼ਰਨ ਗਹੀ ਕਿਰਪਾ ਨਿਧ। ਗਹੀ ਅੰਦਰ ਫੜਨੀ, ਪਕੜਨਾ। ਜਦੋਂ ਹੀ ਕਿਰਪਾ ਨਿਧ ਦੀ ਸ਼ਰਨ ਪਕੜੀ ਕਿਨੇ, ਹਾਥੀ ਨੇ। ਗੱਜ ਗਰਾ ਤੇ ਝੂਟਾ, ਗੱਜ ਕਹਿੰਦੇ ਨੇ ਹਾਥੀ ਨੂੰ, ਗਰਾ ਕਹਿੰਦੇ ਨੇ ਉਹ ਮਗਰਮੱਛ, ਜਿਨੇ ਉਹ ਜਿਹੜੇ ਤੰਦਵੇ ਨੇ ਨੂੰ ਤਾਰਾਂ ਦੇ ਨਾਲ ਉਹਦੇ ਪੈਰਾਂ ਤੋਂ ਜਕੜ ਬਣਾਈ ਤੇ ਸਮੁੰਦਰ ਵੱਲ ਨੂੰ ਲੈ ਗਿਆ ਖਿੱਚ ਕੇ। ਹਾਥੀ ਜਿਹੜਾ ਹਰ ਰੋਜ਼ ਇਸ਼ਨਾਨ ਕਰਦਾ ਹੈ, ਤੇ ਇੱਕ ਦਿਨ ਉਹ ਸਮਾਂ ਵਿਚਾਰੇ ਦੀ ਪ੍ਰੀਖਿਆ ਦਾ ਆਇਆ। ਤੰਦਵੇ ਨੇ, ਉਹਨੇ ਮਗਰਮੱਛ ਨੇ ਪਕੜਿਆ ਉਹਨੂੰ, ਤੇ ਆਪਣੀਆਂ ਤਾਰਾਂ ਦੇ ਵਿੱਚ ਵਲ ਕੇ ਲੈ ਗਿਆ। ਉਸ ਵਕਤ ਪੁਕਾਰ ਕੀਤੀ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਮਾਜ ਕਹਿੰਦੇ ਇੱਕ ਵਾਰੀ ਰਾਮ ਕਿਹਾ ਉਹਨੇ ਆਪਣੀ ਭਾਸ਼ਾ ਦੇ ਵਿੱਚ, ਮਾਲਕ ਨੂੰ ਚੇਤਾ ਕੀਤਾ। ਅੰਦਰ ਤੇ ਬੰਧਨ ਤੇ ਤੋਂ ਭਾਵ ਤਿਸ ਦੇ, ਅਰਥਾਤ ਹਾਥੀ ਦੇ ਜਿਹੜੇ ਬੰਧਨ ਪਏ ਸਨ ਮਗਰਮੱਛ ਦੁਆਰਾ, ਉਹ ਸਾਰੇ ਟੁੱਟ ਗਏ।
अजामल पापी जग जाने निमख माहे निस्तारा। अजामल एक विद्वान बंदा होया, पंडित उच्च श्रेणी का बंदा होया, पर जदों अधोगति नूं वगिया, एक वहन च वह गया, अखीर ते वेख्या जदों बहुत संसार ने उन्हें दुख दिता, विलक के फिर जदों कदी गुरु की शरण विच गया ते गुरु ने फिर उन्होंने एक सिक्ख्या दी, एक जुगत दी, नारायण की आराधना करने का एक तरीका बख्शिया। ते ओही अजामल नारायण नारायण कह के ते कहंदे ने मुक्त होया, अपनी मंजिल नूं प्राप्त होया। धन गुरु तेग बहादुर साहब सानू मन नूं संबोधित होंदिया सानू उपदेश देंदे ने, कहंदे ने नानक कहत चेत चिंता मन तह भी उतरे पारा। हे मना, ऐसा प्रभु जिन्हें ध्रुव नूं पक्की थां दे दी, निरभै पद दे दिता, जिन्हें गज वर्गे का कल्याण कर दिता, अजामल पापी वर्गे का कल्याण कर दिता, जिन्हें गणका का उद्धार किया। अगर तू उस परमात्मा की शरण में आएगा तो वह परमात्मा तेरी पैज रखेगा, तू तेरा भी कल्याण होवेगा। सतगुरु जी ने अज के शब्द विच कृपा की है, प्रभ की शरण सगल पै लाथे, दुख बिन से सुख पाया। जदों भी कोई प्रभु की शरण में आया है, शरण में हुंदा है अपनी मन बुद्धि की ताकत नूं छड्ड के। मनुख कोल कितनियां ताकतां ने, देखो शरीरक ताकत, मानसिक ताकत, दिमागी बौद्धिक ताकत, बंदे को परिवारिक ताकत, मेरे इन्ने भैन भरा ने, समाजिक ताकत, मेरे पिछे इन्ना समाज लगा, महाराज कहते आर्थिक ताकत, मेरे को इन्ना पैसा, मैनू कादी परवाह, मैं रब दा की करना, मैनू रब की की जरूरत है। ये सारिया ताकतां जिहड़ियां ना साडे कोल, ये सानू रब तो दूर कर दियां ने। राजनीतिक ताकत, मैं ते सारी दुनिया की सत्ता मेरे हाथ है, सारी दुनिया की कुंजी मेरे को है, सारी दुनिया मेरी आज्ञा विच चलदी है। सतगुरु हुणे श्री मान जथेदार साहब जी ने प्रमाण दिता ना, जिहड़ा सवैयां च आउंदा मां ते मतंग जरे जर संग वाला, बड़े बड़े राजे हो के चले गए इथों, पर अंत को नागे ही पाए पधारे, बेचारे जुत्ती भी नहीं पा के गए, नंगे पैरी तुर गए। खसमो एक जुत्ती ते लै जांदे नाल, इन्हां को लीड़े ही लै जांदे नाल, नहीं गए लैके। सतगुरु कहंदे इन्नियां ताकतां जिहड़ियां ने की करदियां ने, ये सारियां सानू रब तो दूर करदियां ने। पर जदों कदी वो अवस्था बने, जदों वेख्या ध्रुव नूं की कीता, ध्रुव हसदा घर आया, कर प्यार प्यो कुचड़ लीता। वेखो कर प्यार प्यो कुछड़ लीता, ते जिहड़ी ओ मां सी ना, उन्हें मन विच घृणा कीती, नफरत कीती, ते ओनू विचारे नूं प्यो दी गोदी दे विचों फड़ के बाहर कढ छुड़ दिता। जे तू इस प्यो दी गोद विच बहना सी, उतान पाद राजा जिहदी गोदी ओदा प्यो ध्रुव दा, ओदी गोदी विच बैठा प्यो सी ते ओ पुत्तर सी। प्यार ममता जागी, प्यो ने प्यार नाल गोदी च पाया, पर अधीन है मनुख उस औरत के अधीन, उस अपनी छोटी सुरीची ते सुनीची दो जनानियां होंदियां। ते जदों मतरेई ने वेख्या भी जे ओनू कहंदी है बाहों खिच के, जे तू इस प्यो दी गोदी दा आनंद लैना सी ते फिर मेरी कुखों जन्म लैना सी, बाहर चल। वो बेचारा विलकदा बच्चा प्यो दी गोदी च जदों डड्डो लिखा मां पूछे तू स्वाणी है किस रीता, घर मां नूं आण के कहंदा है डावा डोलिया होया, विलकदा होया, घबराया होया, मां मैं तेरा पुत्र हाँ, राजे दा पुत्र हाँ, तू सच दस तू राणी है कि गोली है। ते अगों जवाब उस मां ने, ताई ते 2.5 दुनिया च मावां मन्नियां ने, जिन्हां च एक ध्रुव दी मां, एक बाबे फरीद दी मां, ते अद्धी मां बाबे राजे गोपी चंद दी मन्नी है। उन्होंने दुनिया का स्वार्थ नाल आया। इन्हां दो मावां ने अपने पुत्रां नूं सात्विक सिक्ख्या दी है, भड़काया नहीं। मां भड़का सकती सी भी इहदा गला वढ़ दे जाके, प्यो का भी वढ़ ते उस मां का मतरई का भी वढ़, ये भी कह सकती सी, नहीं कहन लगी स्वाणी हाँ मैं जन्म दी, नाम ना भगती कर्म दृढ़ता है, ते मैं राणी हाँ, पर मेरे च कमी है कि मैं नाम भगती तो ऊनी हाँ, मैं भगती नहीं की, मालक का नाम नहीं जपना कीता। ते फिर राजा पुछदा है किस उद्यम ते पुत्र पुछदा है ध्रुव मां ये
ਇਹ ਰਾਜ ਭਾਗ, ਇਹ ਸੁਖ ਕਿਵੇਂ ਮਿਲੇਗਾ? ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਇਹ ਜਿਹੜਾ ਦੁਨਿਆਵੀ ਸੁਖ ਰਾਜ ਭਾਗ ਹੈ ਕਿਵੇਂ ਮਿਲੇਗਾ? ਜਿਹੜੇ ਮੇਰੇ ਨਾਲ ਈਰਖਾ ਦੁਸ਼ਮਣੀ ਕਰਦੇ ਨੇ, ਮੇਰੇ ਸੱਜਣ ਕਿਵੇਂ ਬਣਨਗੇ? ਤੇ ਮਾਂ ਨੇ ਇਹ ਸਿੱਖਿਆ ਦਿੱਤੀ, ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਪੁਨੀਤਾ। ਪਰਮੇਸ਼ਰ ਦੀ ਆਰਾਧਨਾ ਕਰੀਏ, ਜਿਹੜਾ ਬਿਲਕੁਲ ਅਧੋਗਤੀ ਨੂੰ ਪ੍ਰਾਪਤ ਹੈ ਉਹ ਵੀ ਮਾਲਕ ਦੇ ਦਰ ਤੇ ਪ੍ਰਵਾਨ ਪੈ ਜਾਏਗਾ। ਸਤਿਗੁਰ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਜਿੱਦਨ ਪ੍ਰਭੂ ਦੀ ਕੋਈ ਸ਼ਰਨ ਵਿੱਚ ਆਏਗਾ, ਪ੍ਰਭੂ ਦਾ ਆਸਰਾ ਤੱਕੇਗਾ, ਦਾਤਿਆ ਮੇਰੇ ਕੋਲ ਕੋਈ ਤਾਕਤ ਨਹੀਂ, ਮੈਂ ਬਿਲਕੁਲ ਨਿਤਾਣਾ ਹਾਂ, ਨਿਮਾਣਾ ਹਾਂ, ਮੈਂ ਨਿਓਟਾ ਹਾਂ, ਮੈਂ ਨਿਗਤਾ ਹਾਂ। ਜਦੋਂ ਇਹ ਸਾਰੀਆਂ ਗੱਲਾਂ ਲੈ ਕੇ ਪ੍ਰਭੂ ਦੀ ਸ਼ਰਨ ਤੱਕੇਗਾ ਨਾ, ਉਸ ਦਿਨ ਇਹਨੂੰ ਕੋਈ ਡਰ ਨਹੀਂ ਰਹੇਗਾ, ਇਹਦੇ ਅੰਦਰ ਕੋਈ ਭੈ ਨਹੀਂ ਰਹੇਗਾ, ਇਹਦੇ ਅੰਦਰ ਕੋਈ ਦੁੱਖ ਨਹੀਂ ਰਹੇਗਾ, ਬਲਕਿ ਸਾਰਾ ਸੁੱਖ ਹੀ ਸੁੱਖ ਇਹਨੂੰ ਮਹਿਸੂਸ ਹੋਵੇਗਾ। ਜਦੋਂ ਇਹ ਅਵਸਥਾ ਬਣਦੀ ਹੈ ਨਾ ਸਾਧ ਸੰਗਤ ਜੀ, ਫਿਰ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਹ ਪੂਰੇ ਸਤਿਗੁਰ ਦੀ ਬਖਸ਼ਿਸ਼ ਹੈ। ਪ੍ਰਭੂ ਦੀ ਸ਼ਰਨ ਵਿੱਚ ਆਉਣਾ ਗੁਰਮੁਖ ਦਾ ਹਿੱਸੇ ਆਇਆ ਹੈ, ਮਨਮੁਖ ਦੇ ਹਿੱਸੇ ਨਹੀਂ। ਜਿਹੜਾ ਗੁਰੂ ਵਾਲਾ ਬਣਿਆ, ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਬਣਿਆ ਹੈ, ਉਸ ਜੀਵ ਤੇ, ਉਸ ਸਿੱਖ ਤੇ, ਉਸ ਗੁਰਮੁਖ ਤੇ ਪਾਰ ਬ੍ਰਹਮ ਦੀ ਦਇਆ ਹੁੰਦੀ ਹੈ। ਪਾਰ ਬ੍ਰਹਮ ਬੜਾ ਦਿਆਲੂ ਹੈ, ਉਹ ਦਇਆ ਕਰਦਾ ਹੈ ਤੇ ਸਤਿਗੁਰ ਦੀ ਬਖਸ਼ਿਸ਼ ਸਦਕਾ ਉਹ ਸੰਪੂਰਨਤਾ ਨੂੰ ਧਿਆਉਂਦਾ ਹੈ। ਉਹਨੂੰ ਇਹ ਜੁਗਤੀ ਹੈ ਸਾਧ ਸੰਗਤ ਜੀ, ਬੜਾ ਬਰੀਕ ਵਿਸ਼ਾ ਹੈ। ਸਤਿਗੁਰ ਪੂਰੇ ਦੀ ਨਿਸ਼ਾਨੀ, ਉਹ ਇਹ ਨਹੀਂ ਕਹਿੰਦਾ ਵੀ ਮੰਦਿਰ ਵਿੱਚ ਹੀ ਰੱਬ ਵਸਦਾ ਹੈ, ਜਾਂ ਖਾਲੀ ਇਸ ਗੁਰਦੁਆਰੇ ਦੀ ਬਿਲਡਿੰਗ 'ਚ ਹੀ ਰੱਬ ਹੈ, ਜਾਂ ਮਸਜਿਦ ਵਿੱਚ ਹੀ ਰੱਬ ਹੈ, ਜਾਂ ਕਿਸੇ ਵਿਸ਼ੇਸ਼ ਥਾਂ ਦੀ ਰੱਬ ਹੈ। ਉਹ ਕਹਿੰਦੇ ਨਹੀਂ, ਸੰਪੂਰਨਤਾ ਵਿੱਚ ਰੱਬ ਹੈ। ਇਹ ਸੰਪੂਰਨਤਾ ਜਿਹੜੀ ਰੱਬ ਦਾ ਸਰੂਪ ਹੈ, ਬਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਇਹ ਮਾਲਕ ਦੀ ਹੁਕਮ ਦੇ ਮੁਤਾਬਕ ਹੈ, ਜਿਵੇਂ ਜਿਵੇਂ ਹੁਕਮ ਹੈ। ਇਹ ਜਿਹੜੀਆਂ ਗਲੀਆਂ ਦੇ ਕੱਖ ਨੇ ਨਾ, ਇਹ ਵੀ ਰੱਬ ਦੀ ਆਗਿਆ ਵਿੱਚ ਨੇ, ਰੱਬ ਦੇ ਬਣਾਏ ਹੋਏ ਨੇ, ਰੱਬ ਦੇ ਸਰੀਰ ਦਾ ਇੱਕ ਹਿੱਸਾ ਨੇ। ਸਗਲ ਸਮਗਰੀ ਜਾ ਕਾ ਤਨਾ, ਆ ਜਿੰਨੀ ਸਮਗਰੀ ਦਿਸਦੀ ਹੈ ਪਈ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਜੋ ਕੁਝ ਦ੍ਰਿਸ਼ਟੀ ਗੋਚਰ ਹੈ, ਸ਼ਰਵਣ ਗੋਚਰ ਹੈ, ਸਭ ਕੁਝ ਰੱਬ ਹੈ। ਰੱਬ ਤੋਂ, ਰੱਬ ਦਾ ਸਰਗੁਣ ਸਰੂਪ ਹੈ। ਮਹਾਰਾਜ ਕੇ ਸਮੁੱਚੇ ਕਾਇਨਾਤ ਨੂੰ ਰੱਬ ਦਾ ਘਰ ਜਾਣ ਕੇ ਸਿਮਰਦਾ ਹੈ। ਜਿਹੜਾ ਪੂਰੇ ਸਤਿਗੁਰ ਦਾ ਸਿੱਖ ਬਣਦਾ ਹੈ, ਅਧਿਕਾਰੀ ਬਣਦਾ ਹੈ, ਉਹਦੇ ਜੀਵਨ ਵਿੱਚ ਕੋਈ ਦੁੱਖ ਭੈ ਨਹੀਂ, ਸਾਰੇ ਸੁੱਖ ਹੀ ਸੁੱਖ ਹਨ। ਦਿਆਲੂ ਪਾਰ ਬ੍ਰਹਮ ਉਹਦੇ ਤੇ ਦਇਆ ਕਰਕੇ ਉਹਨੂੰ ਆਪਣਾ ਸਿਮਰਨ ਬਖਸ਼ਦਾ ਹੈ, ਆਪਣਾ ਧਿਆਨ ਬਖਸ਼ਦਾ ਹੈ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਅਰਦਾਸ ਫਿਰ ਕਰਦਾ ਉਹ ਬੰਦਾ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆਇਆ, ਗੁਰੂ ਵਾਲਾ ਬਣ ਗਿਆ, ਪਾਰ ਬ੍ਰਹਮ ਜੀ ਦੇ ਤੇ ਦਿਆਲੂ ਹੋ ਗਿਆ। ਉਹ ਅੱਠੇ ਪੈਰ ਇੱਕੋ ਨੁਕਤੇ ਦੀ ਬਾਤ, हे ਪ੍ਰਭੂ ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਦਾਤਾ ਹੈ, ਮੈਂ ਇੱਕ ਭਿਖਾਰੀ ਹਾਂ, ਮੈਂ ਤੇਰੇ ਤੇ ਆਸ਼ਰਿਤ ਹਾਂ, ਮੈਂ ਤੇਰੇ ਤੇ, ਤੇਰੇ ਆਸਰੇ ਹਾਂ। ਬਸ ਮੇਰੇ ਤੇ ਇੱਕ ਖੈਰ ਕਰ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਮੈਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰੀ ਵਡਿਆਈ ਕਰਦਾ ਰਹਾ, ਤੇਰੇ ਗੁਣਗਾਨ ਕਰਦਾ ਰਹਾ, ਤੇਰਾ ਗੁਣਗਾਨ ਕਰਾਂ, ਤੇਰੀ ਸਿਫਤੋ ਸਲਾਹ ਕਰਾਂ, ਤੇਰੀ ਕੀਰਤੀ ਕਰਾਂ, ਤੇਰੀ ਵਿਚਾਰ ਕਰਾਂ। ਆ ਮੈਨੂੰ ਖੈਰ ਬਖਸ਼। ਵੇਖੋ ਅਸਾਂ ਕੀ ਮੰਗਿਆ ਹੈ, ਤੇ ਸਤਿਗੁਰਾਂ ਨੇ ਸਾਨੂੰ ਮੰਗਣ ਦੀ ਕੀ ਜਾਚ ਸਿਖਾਈ ਹੈ। ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ, ਉਹਦੇ ਕਾਰਜ ਪ੍ਰਭੂ ਸਵਾਰਨੇ ਨੇ। ਉਹਨੇ ਕੇਵਲ ਤੋਂ ਕੇਵਲ ਪ੍ਰਭੂ ਦਾ ਸਿਮਰਨ ਕਰਨਾ ਹੈ, ਪ੍ਰਭੂ ਦੀ ਵਡਿਆਈ ਕਰਨੀ ਹੈ, ਪ੍ਰਭੂ ਦੀ ਸਿਫਤੋ ਸਲਾਹ ਕਰਨੀ ਹੈ, ਪ੍ਰਭੂ ਦਾ ਯਸ਼ ਕਰਨਾ ਹੈ, ਕੀਰਤੀ ਕਰਨੀ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ ਰਹਾਓ। ਬੜਾ ਪਿਆਰ ਵਾਲਾ ਸਤਿਗੁਰ ਨਾਮ ਨਿਧਾਨ ਦਿਰੜਾਇਆ, ਸਤਿਗੁਰ ਨਾਮ ਨਿਧਾਨ ਦਿਰੜਾਇਆ। ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੀ। ਦੂਸਰਾ ਪਦਾ ਸਤਿਗੁਰ ਦੀ ਬਖਸ਼ਿਸ਼ ਹੈ, ਇਹ ਸਤਿਗੁਰ ਦਾ ਤਰਸ ਹੈ। ਐਸੇ ਸਿੱਖ ਨੂੰ ਨਾਮ ਦ੍ਰਿੜ ਕਰਾਣਾ, ਨਾਮ ਦੱਸਣਾ, ਨਾਮ ਦਾ ਪਤਾ ਲੱਗਣਾ ਤੇ ਨਾਮ ਦ੍ਰਿੜ ਹੋਣਾ, ਇਹ ਸਾਰੇ ਅਲੱਗ ਵਿਸ਼ੇ ਨੇ। ਨਾਮ ਪ੍ਰਪੱਕ ਨਹੀਂ ਹੁੰਦਾ, ਇਹ ਤੇ ਸਭ ਨੂੰ ਪਤਾ ਹੈ ਰੱਬ ਹੈ ਵੇ, ਇਹ ਸਭ ਨੂੰ ਪਤਾ ਵੀ ਬਾਣੀ ਗੁਰੂ ਮਹਾਰਾਜ ਦੀ ਬਾਣੀ ਸਾਰਾ ਨਾਮ ਹੀ ਹੈ। ਪਰ ਬਾਣੀ ਹਿਰਦੇ ਵਿੱਚ ਕਿਉਂ ਨਹੀਂ ਦ੍ਰਿੜ ਹੁੰਦੀ? ਹਿਰਦੇ ਵਿੱਚ ਤੇ ਸੰਸਾਰ ਦ੍ਰਿੜ ਹੁੰਦਾ ਹੈ, ਪਰਿਵਾਰ ਦ੍ਰਿੜ ਹੁੰਦਾ ਹੈ, ਆਪਣਾ ਕਾਰੋਬਾਰ ਦ੍ਰਿੜ ਹੁੰਦਾ ਹੈ, ਪ੍ਰਭੂ ਦਾ ਨਾਮ ਨਹੀਂ ਦ੍ਰਿੜ ਹੁੰਦਾ।
ताई ते भगत कबीर जी ने व्यंग किया साडे ते। एक उन्होंने हासरस दे विच एक गल लिखी है, वो कहंदे ने कबीर गह गच परयो कुटंब कै कांठे रह गयो राम आए परे धर्म राय के बीचे धूमा धाम। जेड़ा राम सी ना ਉਹ ਤੇ ਗਲ ਤੋਂ ਥੱਲੇ ਨਹੀਂ ਜਾਣ ਦਿੱਤਾ। ਜਿਵੇਂ ਸ਼ਿਵ ਨੇ ਜਿਹੜਾ ਸੀ ਨਾ ਵਿਸ਼, ਜਦੋਂ ਸਮੁੰਦਰ ਮੰਥਨ ਕੀਤਾ ਤੇ ਜਿਹੜਾ ਵਿਸ਼ ਨਿਕਲਿਆ ਨਾ ਉਹਨੂੰ ਕੋਈ ਲੈਣ ਨੂੰ ਤਿਆਰ ਨਹੀਂ ਸੀ। ਦੇਵਤੇ ਕਹਿਣ ਲੱਗੇ ਉਹਨਾਂ ਤੇ ਅੰਮ੍ਰਿਤ ਵੱਲ ਦਾ ਮਾਰਿਆ ਵੇ ਅੰਮ੍ਰਿਤ। ਤੇ ਵਿਖ ਜਿਹੜਾ ਸੀ ਉਹ ਵੇਖੋ ਇਹ ਜੁਗਤੀਆਂ ਤੇ ਹੈ ਹੀ ਨੇ, ਤਰੀਕੇ ਸਾਰੇ ਫਾਰਮੂਲੇ ਆਪਣੇ ਆਪਣੇ ਵਰਤਦੇ ਨੇ। ਜਦੋਂ ਵੇਖਿਆ ਵਿਖ ਕੋਈ ਨਹੀਂ ਲੈਂਦਾ, ਰਾਖਸ਼ ਵੀ ਭੱਜ ਗਏ ਵੀ ਅਸੀਂ ਵਿਖ ਲਈਏ ਤੇ ਤੁਸੀਂ ਅੰਮ੍ਰਿਤ। ਅਖੀਰ ਤੇ ਉਹ ਵਿਖ ਜਾਂਦੇ ਨੇ ਸ਼ਿਵ ਨੂੰ ਦਿੱਤਾ ਤੇ ਸ਼ਿਵ ਤਾਂ ਹੀ ਤੁਹਾਨੂੰ ਭੋਲਾ ਹੁੰਦੇ ਨੇ। ਹੁਣ ਉਹਨੂੰ ਭੋਲੇ ਭਾਵ ਨੂੰ ਦਿੱਤਾ ਤੇ ਉਹਨੇ ਜਦੋਂ ਗਲ ਚ ਲੰਘਾਇਆ ਨਾ ਤੇ ਉਹਨੇ ਵੇਖਿਆ ਵੀ ਇਹ ਤੇ ਮੋਹਰਾ ਹੈ, ਹੁਣ ਕੀ ਕਰੀਏ। ਉਹ ਤਾਂ ਹੀ ਤੁਹਾਨੂੰ ਗਲ ਚ ਹੀ ਡੱਕ ਲਿਆ, ਉੱਥੇ ਅੰਦਰ ਜਾਣ ਹੀ ਨਹੀਂ ਦਿੱਤਾ। ਤਾਂ ਹੀ ਤਾਂ ਉਹਦਾ ਗਲ ਲੀਲਾ ਰਹਿੰਦਾ। ਉੱਥੋਂ ਵੇਖੋ ਤੁਸੀਂ ਤਸਵੀਰ ਉਹਦੀ, ਵੇਖੋ ਤਸਵੀਰਾਂ ਸਾਨੂੰ ਕੁਝ ਦਰਸਾਉਂਦੀਆਂ ਨੇ। ਉਹਨੇ ਗਲ ਚ ਟਿਕਾ ਦਿੱਤਾ ਸਾਰਾ ਉਹ ਜਿਹੜਾ ਵਿਖ ਸੀ। ਸਤਿਗੁਰ ਕਹਿੰਦੇ ਨੇ ਸਮਝਾਣਾ ਕਰਦੇ ਨੇ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਅੰਮ੍ਰਿਤ ਦੀ ਦਾਤ ਤੇ ਜਿਹੜੀ ਮੋਹਰਾ ਜਿਹੜੀ ਵਿਖ ਹੈ ਮਾਇਆ ਦਾ, ਇਹ ਜ਼ਹਿਰ ਦੇ ਸਮਾਨ ਜਿਹਨੂੰ ਮਹਾਰਾਜ ਨੇ ਮੰਨਿਆ ਹੈ। ਪਰ ਨਾਮ ਦ੍ਰਿੜ ਕਰਨਾ, ਬਾਬਾ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸੰਸਾਰ ਵਿੱਚ ਨਾਮ ਜਪਣਾ ਨਾ ਬਾਹਰੀ ਤੌਰ ਤੇ ਇਹ ਗਲੇ ਤੋਂ ਥੱਲੇ ਨਹੀਂ ਜਾਣ ਦਿੰਦੇ ਵੀ ਮਤੇ ਸਾਡੇ ਹਿਰਦੇ 'ਚ ਚਲਿਆ ਗਿਆ ਤੇ ਸਾਡਾ ਸੰਸਾਰ ਛੁੱਟ ਜਾਏਗਾ, ਸਾਡਾ ਪਰਿਵਾਰ ਛੁੱਟ ਜਾਏਗਾ। ਜੇ ਹਿਰਦਾ ਚੈੱਕ ਕੀਤਾ ਜਾਏ ਨਾ, ਬੰਦਿਆਂ ਦਾ ਚੈੱਕ ਕੀਤਾ ਜਾਏ, ਵੱਡੇ ਬਾਬਾ ਜੀ ਦੇ ਘਰ ਬੜਾ ਇਸ ਗੱਲ ਤੇ ਬੜਾ ਵਜਨ ਦੇ ਕੇ ਉਹ ਆਪਣੇ ਪ੍ਰਵਚਨਾਂ 'ਚ ਗੱਲ ਕਹਿੰਦੇ ਹੁੰਦੇ ਸਨ। ਬੰਦਾ ਸੰਸਾਰ ਵਿੱਚ ਤੇ ਸਾਰੀ ਸੱਚੇ ਨੇ, ਪਰ ਪ੍ਰਭੂ ਦੀ ਦਰ ਤੇ ਦਰਬਾਰ ਤੇ ਕੰਡਾ ਲੱਗਾ ਹੈ। ਹਾਲਾਂਕਿ ਉਹ ਚੌਲਾਂ ਦੇ ਦਾਣੇ ਤੱਕ ਤੋਂ ਆਂਦੇ ਨੇ, ਚੌਲਾਂ ਦਾ ਇੱਕ ਚੌਲ ਦਾ ਦਾਣਾ ਤੋਲਣਾ ਹੋਵੇ ਤੇ ਉਹਦੇ ਵਾਸਤੇ ਕਿਹੜਾ ਕੰਡਾ ਹੈ, ਉਹ ਸੁਨਿਆਰੇ ਕੋਲ ਲੱਭੇਗਾ, ਉਹ ਮਾਪੇਗਾ। ਤੇ ਜੇ ਵੱਡੀ ਗੱਡੀ ਕੋਈ ਟਾਨਾ ਨਾਲ ਤੋਲਣਾ ਹੋਵੇ ਤੇ ਫਿਰ ਵੱਡੇ ਆ ਧਰਮ ਕੰਡੇ ਲੱਗੇ ਨੇ। ਪਰ ਜੇ ਬੰਦੇ ਦੇ ਕਰਮ ਮਾਪਣੇ ਹੋਣ, ਇਹ ਬੰਦਾ ਕਿੰਨੇ % ਗਲਤ ਹੈ ਤੇ ਕਿੰਨੇ % ਠੀਕ ਹੈ, ਕੋਈ ਥਰਮਾਮੀਟਰ ਤਾਂ ਹੈ ਨਹੀਂਗਾ ਵੀ ਬੰਦੇ ਦੇ ਮੱਥੇ ਤੇ ਲਾ ਕੇ ਵੇਖ ਲਈਏ ਵੀ ਐਨਾ ਬੰਦਾ ਇਹ ਮਾੜਾ ਹੈ ਤੇ ਐਨਾ ਚੰਗਾ। ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਵੀ ਕੰਡਾ ਹੈ। ਇਹ ਧਰਮਰਾਜ ਦੇ ਬੂਹੇ ਤੇ ਕੰਡਾ ਲੱਗਾ ਹੈ, ਜਿੱਥੇ ਬੰਦੇ ਨੂੰ ਪਰਖਿਆ ਜਾਂਦਾ ਵੀ ਬੰਦਾ ਕਿੰਨਾ ਮਾੜਾ ਤੇ ਕਿੰਨਾ ਚੰਗਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ। ਮਨੁੱਖ ਦੇ ਹਿਰਦੇ ਵਿੱਚ ਨਾਮ ਨਹੀਂ ਜਾਂਦਾ। ਗਹਿ ਚ ਪਰਿਓ ਕੁਟੰਬ ਕੇ ਕਾਂਠੇ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਵਿਚੇ ਧੂਆਂ ਧਾਮ। ਇਹ ਪਤਾ ਉਦੋਂ ਲੱਗੇਗਾ ਜਿੱਦਣ ਅੰਦਰੋਂ ਸਾਈਆਂ ਫੜਨ ਆਣ ਕੇ। ਜਿਹੜੇ ਜੰਮਦੇ ਦੂਤ ਜੰਮਦੇ ਕਰਿੰਦੇ, ਕਹਿੰਦੇ ਬੰਦਾ ਸੋਚਦਾ ਸ਼ਾਇਦ ਬਾਹਰੋਂ ਗੱਡੀ ਲੈ ਕੇ ਆਉਣਗੇ ਮੈਨੂੰ ਲਿਜਾਣ ਵਾਸਤੇ। ਅੱਜ ਤੱਕ ਤੇ ਬਾਹਰ ਕਿਸੇ ਨੂੰ ਲਿਗਿਆ ਨਹੀਂ, ਅੰਦਰੋਂ ਹੀ ਬੰਦਾ ਕਿਧਰੇ ਜਾਂਦਾ। ਅੰਦਰੋਂ ਜਦੋਂ ਜਮਰਾਜ ਦੇ ਦੂਤ ਵੇਖਦੇ ਨੇ, ਹਿਰਦਾ ਚੈੱਕ ਕਰਦੇ ਨੇ, ਇਹਦਾ ਅੰਤਸ਼ਕਰਨ ਚੈੱਕ ਕਰਦੇ ਨੇ, ਇਹਦਾ ਦਿਮਾਗ ਜਿਹੜਾ ਸਾਰੀ ਉਮਰ ਕਮਾਈ ਕੀਤੀ ਹੈ ਨਾ ਉਹਨੂੰ ਚੈੱਕ ਕਰਦੇ ਨੇ ਵੀ ਇਹਦੇ ਚ ਰੱਬ ਦਾ ਨਾਂ ਹੈ ਕਿ ਦੁਨੀਆ। ਜੇ ਤੇ ਹੋਇਆ ਰੱਬ ਦਾ ਨਾਮ ਤੇ ਸਾਈਂ ਵਾਪਸ ਜਾਣਗੇ। ਤਾਂ ਹੀ ਤੇ ਭਗਤ ਜੀ ਨੇ ਪ੍ਰਮਾਣ ਦਿੱਤਾ ਹੈ। ਜੈ ਗੁਰੂ ਸਤਿਗੁਰੂ ਕਹਿੰਦੇ ਨੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ। ਜੇ ਤੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰਨ ਹੋਇਆ ਤੇ ਯਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਉਹਦੇ ਨੇੜੇ ਨਾ ਫਟਕਿਆ ਜੀ, ਆਪ ਹੀ ਮਰੋਗੇ ਨਾਲ ਮੈਨੂੰ ਮਰਾਓਗੇ, ਲਾਗੇ ਨਾ ਲੱਗਿਆ ਜੀ। ਤੇ ਜੇ ਉਸ ਹਿਰਦੇ ਅੰਤਸ਼ਕਰਨ ਵਿੱਚ ਸੰਸਾਰ ਹੋਇਆ, ਪਰਿਵਾਰ ਹੋਇਆ, ਆਪਣੀ ਦੁਨੀਆਦਾਰੀ ਹੋਈ ਤੇ ਉਹ ਤੋਂ ਸਾਈਆਂ ਆਖਣੇ ਚੱਲ ਵੀ ਹੁਣ ਲੱਗ ਅੱਗੇ, ਤੇ ਫਿਰ ਪਤਾ ਨਹੀਂ ਕਿਹੜੀ ਥਾਂ ਮਿਲੇਗੀ ਉਹਨੂੰ। ਤਾਂ ਹੀ ਤੇ ਇਸ ਡਰ ਤੋਂ ਹੀ ਤੇ ਅਰਦਾਸ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਨੇ, ਆਪਣੀ ਕਰਨੀ ਕਰ ਨਰਕ ਹੂ ਨਾ ਪਾਉ ਠੌਰ ਤੁਮਰੋ ਬਿਰਦ ਕਰ ਆਸਰੋ ਸਮਾਰ ਹੋ। ਸਤਿਗੁਰ ਕਹਿੰਦੇ ਸਤਿਗੁਰ ਦੀ ਕਿਰਪਾ ਸਦਕਾ ਜੀਵ ਨੂੰ ਨਾਮ ਦ੍ਰਿੜ ਹੁੰਦਾ ਹੈ। ਸਤਿਗੁਰ ਨਾਮ ਨਿਦਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ। ਜਦੋਂ ਨਾਮ ਦ੍ਰਿੜ ਹੋ ਗਿਆ ਮਨੁੱਖ ਨੂੰ ਹਿਰਦੇ 'ਚ, ਸਾਰੀਆਂ ਚਿੰਤਾ ਤੋਂ ਮੁਕਤ। ਮਹਾਰਾਜ ਕਹਿੰਦੇ ਨੇ ਇਹ ਜੀਵ ਨੂੰ ਅਬਨਾਸੀ। ਵੇਖੋ ਸਤਿਗੁਰ ਨਾਮ ਨਿਦਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ। ਹੁਣ ਮਨ ਵਿੱਚ ਉਹ ਅਬਨਾਸੀ ਦਾ ਵਾਸ ਹੈ, ਉਹਦਾ ਟਿਕਾਣਾ ਹੈ, ਉਹਦਾ ਨਾਮ ਹੈ। ਹੁਣ ਕੋਈ ਦੁਨੀਆ ਦਾ ਡਰ ਤੌਖਲਾ ਨਹੀਂ। ਤਾਕੋ ਬਿਗਨ ਨਾ ਕੋਉ ਲਾਗੈ ਜੋ ਸਤਿਗੁਰ ਆਪਣੇ ਰਾਖੈ ਚਰਨ ਕਮਲ ਵਸੈ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੈ। ਵੇਖੋ ਜਿਨ੍ਹਾਂ ਨੂੰ ਸਤਿਗੁਰ ਨੇ ਅਪਣਾ ਲਿਆ,
ਉਹਨੂੰ ਜ਼ਿੰਦਗੀ 'ਚ ਕੋਈ ਵਿਘਨ ਨਹੀਂ, ਕੋਈ ਰੁਕਾਵਟ ਨਹੀਂ, ਉਹਦੀ ਜ਼ਿੰਦਗੀ ਵਿੱਚ ਕੋਈ ਖੇਦ ਨਹੀਂ, ਕੋਈ ਡਰ ਤੌਖਲਾ ਨਹੀਂ। ਜਿਹਨੂੰ ਸਤਿਗੁਰੂ ਨੇ ਅਪਣਾ ਲਿਆ, ਜਿਹਨੂੰ ਸਤਿਗੁਰੂ ਨੇ ਸਵੀਕਾਰ ਕਰ ਲਿਆ। ਇੱਕ ਪਹਿਲੂ। ਦੂਜਾ ਇਹ ਵੀ ਜਿਨ੍ਹਾਂ ਨੇ ਸਤਿਗੁਰੂ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ। ਸਤਿਗੁਰੂ ਵੀ ਸਿੱਖ ਨੂੰ ਅਪਣਾ ਲਏ ਤੇ ਸਿੱਖ ਵੀ ਸਤਿਗੁਰੂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਏ। ਇਹ ਦੋਵੇਂ ਪਹਿਲੂ ਇੱਕ ਦੂਜੇ ਦੇ ਪੂਰਕ ਨੇ। ਜੋ ਸਤਿਗੁਰ ਆਪਣੇ ਰਾਖੇ। ਸਤਿਗੁਰ ਕਹਿੰਦੇ ਚਰਨ ਕਮਲ ਵਸੈ ਰਿਦ ਅੰਤਰ ਅੰਮ੍ਰਿਤ ਹਰਸ ਚਾਖੈ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ, ਪ੍ਰਭੂ ਦਾ ਜਿਹੜਾ, ਪ੍ਰਭੂ ਦੀ ਜਿਹੜੀ ਯਾਦ ਹੈ, ਜਿਹੜੀ ਗੁਰੂ ਦੇ ਸ਼ਬਦ ਹੈ, ਜੋ ਪ੍ਰਭੂ ਦਾ ਸ਼ਬਦ, ਪਰਮੇਸ਼ਰ ਦੀ ਯਾਦ ਹੈ, ਇਹ ਜਿਹਦੇ ਹਿਰਦੇ ਵਿੱਚ ਟਿਕ ਗਈ, ਸਤਿਗੁਰੂ ਕਹਿੰਦੇ ਨੇ ਜੀ ਉਹਨੂੰ ਫਿਰ ਪਰਮੇਸ਼ਰ ਉਹਦਾ ਰੱਖਿਅਕ ਹੈ, ਪਰਮੇਸ਼ਰ ਉਹਦੀ ਰੱਖਿਆ ਕਰਦਾ ਹੈ। ਉਹਨੂੰ ਕੋਈ ਦੁਨੀਆ ਦੀ ਤਾਕਤ ਉਹਨੂੰ ਤੰਗ ਨਹੀਂ ਕਰ ਸਕਦੀ, ਦੁੱਖ ਨਹੀਂ ਪਹੁੰਚਾ ਸਕਦੀ। ਅਖੀਰ ਤੇ ਸਤਿਗੁਰਾਂ ਨੇ ਅਰਦਾਸ ਬੇਨਤੀ ਕੀਤੀ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਏ। हे ਮਨਾ, ਆਪਣੇ ਪ੍ਰਭੂ ਦੀ ਸੇਵਾ ਵਿੱਚ ਲੱਗ ਜਾ। ਕਰ ਸੇਵਾ ਸੇਵਕ ਪ੍ਰਭ ਆਪਣੇ, ਆਪਣਾ ਪ੍ਰਭੂ, ਜਿਸ ਪ੍ਰਭੂ ਦੇ ਕਰਕੇ ਮੇਰੀ ਹੋਂਦ ਹੈ, ਮੈਂ ਸੰਸਾਰ ਵਿੱਚ ਤੁਰਿਆ ਫਿਰਦਾ ਹਾਂ। ਜਿੱਦਣ ਮੇਰਾ ਪ੍ਰਭੂ ਮੇਰੇ ਅੰਦਰੋਂ ਤੁਰ ਗਿਆ ਨਾ, ਉਦੋਂ ਖਤਮ ਕੰਮ। ਇਹ ਸਿਰਫ ਮਿੱਟੀ ਦੀ ਢੇਰੀ ਹੈ। ਆਪਣਾ ਜਿਹੜਾ 24 ਘੰਟੇ ਤੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਤੇਰੇ ਅੰਦਰ, ਜਿਹਦੀ ਸੱਤਾ ਤੇਰੇ ਅੰਦਰ ਕੰਮ ਕਰਦੀ ਹੈ, ਜਿਹਦੀ ਕਲਾ ਕਰਕੇ ਤੂੰ ਚਲਾਇਮਾਨ ਹੈ, ਤੂੰ ਗਤੀਸ਼ੀਲ ਹੈ, ਉਸ ਪ੍ਰਭੂ ਦੀ ਸੇਵਾ ਵਿੱਚ ਤਤਪਰ ਰਿਹਾ ਕਰ। ਕਹਿੰਦੇ ਜਦੋਂ ਇਹ ਭਰੋਸਾ ਕਿਸੇ ਨੂੰ ਆਵੇ ਨਾ, ਮਨ ਚਾਉ ਭਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ। ਜਿੱਦਣ ਇਸ ਗੱਲ ਦਾ ਅਹਿਸਾਸ, ਭਰੋਸਾ, ਵਿਸ਼ਵਾਸ ਬਣ ਗਿਆ ਵੀ ਇਸ ਸਰੀਰ ਦੇ ਵਿੱਚ ਮੇਰਾ ਸੁਆਮੀ ਬੈਠਾ ਹੈ, ਮੇਰਾ ਪ੍ਰਭੂ, ਮੇਰਾ ਮਾਲਕ ਬੈਠਾ ਹੈ, ਉਦੋਂ ਬੰਦੇ ਦੇ ਜੀਵਨ ਦੀ ਰੌਂ ਬਦਲ ਜਾਏਗੀ, ਉਹਦੇ ਜੀਵਨ ਦੀ ਸ਼ੈਲੀ ਬਦਲ ਜਾਏਗੀ, ਜੀਵਨ ਦਾ ਤੌਰ ਤਰੀਕਾ ਬਦਲ ਜਾਏਗਾ। ਸਾਨੂੰ ਤੇ ਇਹ ਵੀ ਅਸੀਂ ਸ਼ਾਇਦ ਦੇਖਦੇ ਆ ਵੀ ਰੱਬ ਕਿਹੜਾ ਸਾਨੂੰ ਵੇਂਦਾ, ਪਰ ਸਭ ਕੁਝ ਜਾਣੇ ਆਤਮ ਕੀ ਰਹਿਤ, ਉਪਾਵ ਸਿਆਣਪ ਸਗਲ ਤੇ ਰਹਿਤ। ਸਭ ਕੁਝ ਜਾਣੇ ਆਤਮ ਕੀ ਰਹਿਤ। ਉਹ ਪ੍ਰਮਾਤਮਾ ਤੈਨੂੰ ਹਰ ਪਲ ਅੰਦਰੋਂ ਆਤਮਾ ਵਾਲੀ ਖਿੜਕੀ ਤੋਂ ਤੱਕਦਾ ਹੈ, ਤੇਰੀ ਚੰਗਿਆਈ ਬੁਰਾਈ ਨੂੰ ਉਹ ਵਾਂਚਦਾ ਹੈ। ਸਤਿਗੁਰ ਕਹਿੰਦੇ ਆਪਣੇ ਪ੍ਰਭੂ ਦੀ ਸੇਵਾ ਵਿੱਚ ਲੱਗ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਪੂਰਨ ਪੈਜ ਰਖਾਈ, ਜਿਨੇ ਤੇਰੀ ਪੱਤ ਰੱਖੀ ਹੈ ਤੇ ਪੂਰਨ ਰੂਪ ਵਿੱਚ ਪੱਤ ਰੱਖੀ ਹੈ, ਕੋਈ ਕਸਰ ਨਹੀਂ ਛੱਡੀ। ਤੈਨੂੰ ਕੋਈ ਦੁਨੀਆ ਦੀ ਤਾਕਤ, ਜਮਰਾਜ ਤੱਕ ਵੀ ਤੈਨੂੰ ਓਏ ਨਹੀਂ ਕਵੇਗਾ। ਅਖੀਰ ਤੇ ਸਤਿਗੁਰ ਨੇ ਕਿਹਾ, ਨਾਨਕ ਦਾਸ ਤਾਕੇ ਬਲਿਹਾਰੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਜਿਨੇ ਮਨ ਦੀਆਂ ਇੱਛਾਵਾਂ ਨੂੰ ਪੂਰਨ ਕੀਤਾ, ਜਿਨੇ ਮੇਰੀ ਪੱਤ ਰੱਖ ਦਿੱਤੀ। ਮਹਾਰਾਜ ਕਹਿੰਦੇ ਮੈਂ ਐਸੇ ਮਾਲਕ ਦੇ ਬਲਿਹਾਰ ਸਦਕੇ ਕੁਰਬਾਨ ਜਾਵਾਂ। ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਹੈ। ਅੱਜ ਦੇ ਮੁਬਾਰਕ ਸ਼ਬਦ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਨੇ ਸਾਨੂੰ ਪ੍ਰਭੂ ਦੀ ਸ਼ਰਨ ਵਿੱਚ ਜਾਣ ਦੀ ਤਾਕੀਦ ਕੀਤੀ ਹੈ ਵੀ ਪ੍ਰਭੂ ਦੀ ਸ਼ਰਨ ਤੱਕ, ਪ੍ਰਭੂ ਦਾ ਆਸਰਾ ਲੈ। ਤੇਰੇ ਜੀਵਨ ਵਿੱਚ ਕੋਈ ਵੀ ਦੁੱਖ ਤੈਨੂੰ ਪੋ ਨਹੀਂ ਸਕੇਗਾ। ਅਖੀਰ ਤੱਕ ਤੇਰੀ ਪ੍ਰਭੂ ਪੈਜ ਰੱਖੇਗਾ, ਤੈਨੂੰ ਤੇਰੇ ਅੰਗ ਸੰਗ ਰਹੇਗਾ, ਤੇਰੀ ਰੱਖਿਆ ਕਰੇਗਾ। ਇਤਨੇ ਕੋ ਬਚਨ ਪ੍ਰਮਾਨਣੇ। ਜੇ ਕੋਈ ਚੰਗੀ ਬਾਤ ਹੈ, ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਸਾਡੇ ਸਭਨਾਂ ਵਾਸਤੇ। ਆਪਾਂ ਸਭ ਨੇ ਆਪਣੇ ਹਿਰਦੇ 'ਚ ਵਸਾ ਕੇ ਲੋਕ ਪਰਲੋਕ ਸੁਹੇਲਾ ਬਣਾਉਣਾ ਹੈ। ਜੇ ਕੋਈ ਉਨਤਾਈ ਹੈ, ਉਹ ਦਾਸ ਦੀ ਘੱਟ ਮਤ ਕਾਰਨ, ਅਲਪ ਮਤ ਕਾਰਨ, ਅਲਪ ਬੁੱਧੀ ਕਾਰਨ, ਅਲਪ ਗਿਆਨ ਦੇ ਕਾਰਨ ਹੈ। ਆਪ ਜੀ ਖਿਮਾ ਬਖਸ਼ੋਗੇ। ਸਤਿਗੁਰੂ ਸੇਵਾ ਦੇ ਯੋਗ ਬਣਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ।